ਸਤਿ ਸ਼੍ਰੀ ਅਕਾਲ। ਲੋਕ ਰੌਣਕ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ। ਡਾਕਟਰ ਸਾਹਿਬ ਜੀ ਹਾਂ। ਦੋਸਤੋ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਉਸ ਯੁੱਗ ਦੇ ਵਿੱਚ ਜੀ ਰਹੇ ਹਾਂ ਜਦੋਂ ਸਾਰੀ ਦੁਨੀਆ ਇੱਕ ਗਲੋਬਲ ਇੱਕ ਪਿੰਡ ਬਣ ਚੁੱਕੀ ਹੈ। ਇੱਕ ਥਾਂ ਤੇ ਹੋਈ ਘਟਨਾ ਦਾ ਦੂਜੀ ਥਾਂ ਤੇ ਵੱਡਾ ਅਸਰ ਪੈਂਦਾ। ਹੁਣ ਦੋ ਸਾਡੇ ਕੋਲ ਖਬਰਾਂ ਨੇ। ਇੱਕ ਤਾਂ ਪ੍ਰਧਾਨ ਮੰਤਰੀ ਦੇ ਅਸਤੀਫੇ ਦੀਆਂ ਖਬਰਾਂ ਨੇ, ਦੂਜਾ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਹੋ ਜਾਣ ਦੀ ਖਬਰ ਹੈ। ਦੋਨੋਂ ਖਬਰਾਂ ਤੇ ਡਾਕਟਰ ਸਾਹਿਬ ਨਾਲ ਡਿਸਕਸ ਕਰਾਂਗੇ। ਤੁਸੀਂ ਸਾਡੇ ਨਾਲ ਜੁੜੇ ਰਹੋ ਕਿ ਆਖਰ ਕਤਲ ਹੋਣ ਵਾਲਾ ਸਾਬਕਾ ਪ੍ਰਧਾਨ ਮੰਤਰੀ ਕੌਣ ਸੀ ਤੇ ਪ੍ਰਧਾਨ ਮੰਤਰੀ ਦਾ ਜੋ ਅਸਤੀਫਾ, ਇਹਦੇ ਤੇ ਚਰਚਾ ਕਰਾਂਗੇ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਇਸ ਖਬਰ ਤੇ ਡਿਸਕਸ ਕਰਦੇ ਹਾਂ ਕਿ ਬੋਰਿਸ ਜੌਨਸਨ ਹੋਰੀ, ਉਹਨਾਂ ਦਾ ਅਸਤੀਫਾ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ, ਕੀ ਕਾਰਨ ਰਹੇ, ਕਿੱਥੋਂ ਤੱਕ ਗੱਲ ਆਈ ਆ? ਦੇਖੋ, ਤੁਸੀਂ ਦੋਨੋਂ ਹੀ ਕਹਿਣਾ ਕਿ ਇੱਕ ਇਹਦਾ ਜਿਹੜਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਿਹੜੇ ਬੋਰਿਸ ਜੌਨਸਨ ਦਾ ਅਸਤੀਫਾ ਤੇ ਦੂਜਾ ਜਾਪਾਨ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ, ਜੋ ਸਭ ਤੋਂ ਲੰਬਾ ਸਮਾਂ ਜਿਹੜੇ ਜਾਪਾਨ ਦੇ ਪ੍ਰਧਾਨ ਮੰਤਰੀ ਰਹੇ, ਉਹਨਾਂ ਦਾ ਕਤਲ ਹੋ ਗਿਆ। ਤਾਂ ਮਤਲਬ ਇਹਦੇ 'ਚ ਸਾਂਝੀ ਕੜੀ ਕੀ ਹੋ ਸਕਦੀ ਹੈ? ਜੇ ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਵੀ ਜਿਹੜਾ ਇਹ ਦੋਨੋਂ ਘਟਨਾਵਾਂ ਇਹ ਜਿਹੜੀ ਵਿਸ਼ਵ ਸਰਮਾਏਦਾਰੀ ਹੈ ਉਹ ਜਿਹੜੀ ਢਹਿ ਰਹੀ ਹੈ ਉਹਦਾ ਹੀ ਪ੍ਰਗਟਾਵਾ ਹੈ। ਉਹ ਜਿਹੜੀ ਵਰਤਾਰਾ ਹੈਗਾ। ਤੇ ਜਿਹੜਾ ਇੰਗਲੈਂਡ ਹੈ ਉਹ ਮਤਲਬ ਜਿਹੜੀ ਕੈਪੀਟਲਿਜ਼ਮ ਜਾਂ ਸਰਮਾਏਦਾਰੀ ਵਿਵਸਥਾ ਦਾ ਜਨਮਦਾਤਾ ਹੈ। ਉੱਥੋਂ ਹੀ ਮਤਲਬ ਜਿਹੜਾ ਸ਼ੁਰੂ ਹੋਇਆ ਕੈਪੀਟਲਿਜ਼ਮ। ਔਰ ਜਿਹੜਾ ਜਾਪਾਨ ਹੈਗਾ ਉਹ ਏਸ਼ੀਆ ਦੇ ਵਿੱਚ ਮਤਲਬ ਪਹਿਲਾ ਕੰਟਰੀ ਹੈ ਜਿਹੜਾ ਜਾਪਾਨ ਦੀ ਵਿਲੱਖਣਤਾ ਹੈਗੀ ਕਿ ਜਿਹੜਾ ਪੱਛਮੀ ਸਰਮਾਏਦਾਰੀ ਵਿਵਸਥਾ ਜਿਹੜੀ ਇੰਗਲੈਂਡ 'ਚ ਹੋਈ ਗਈ, ਯੂਰਪ 'ਚ ਗਈ, ਅਮਰੀਕਾ, ਲੇਕਿਨ ਜਾਪਾਨ ਪਹਿਲਾ ਏਸ਼ੀਅਨ ਮੁਲਕ ਹੈਗਾ ਜਿਹਨੇ ਪੱਛਮੀ ਸਰਮਾਏਦਾਰੀ ਵਿਵਸਥਾ ਨੂੰ ਅਪਣਾਇਆ। ਤਾਂ ਦੋਨਾਂ ਦੇ ਵਿੱਚ ਇੱਕਦਮ ਇੰਨੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਵਾਪਰ ਜਾਣੀਆਂ, ਤਾਂ ਇਹ ਜਿਹੜੇ ਹੈਗੇ ਸਮੁੱਚੇ ਤੌਰ ਤੇ ਜਿਹੜਾ ਵਿਸ਼ਵ ਸਰਮਾਏਦਾਰੀ ਜਿਹੜੀ ਪੱਛਮੀ ਸਰਮਾਏਦਾਰੀ ਉਹਦਾ ਢਹਿ ਜਾਣ ਦਾ ਪ੍ਰਤੀਕ ਹੈ। ਔਰ ਇਹਨਾਂ ਦਾ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਹੈਗਾ ਰੂਸ ਤੇ ਯੂਕਰੇਨ ਜਿਹੜੀ ਲੜਾਈ ਹੋ ਰਹੀ ਉਹਦੇ ਨਾਲ ਇਹਦਾ ਕੋਈ ਨਾ ਕੋਈ ਤਾਂ ਸਾਰਾ ਜੁੜਿਆ ਹੋਇਆ। ਤੁਸੀਂ ਦੇਖੋ ਕਿ ਜਿਹੜਾ ਹੁਣ ਆਪਾਂ ਪਹਿਲਾਂ ਦੇਖਦੇ ਹਾਂ ਜਿਹੜਾ ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਹੁਣ ਬੋਰਿਸ ਜੌਨਸਨ ਠੀਕ ਹੈ ਕਿ ਜਿਹੜੇ ਕਾਰਨ ਬਣੇ ਨੇ, ਫੌਰੀ ਕਾਰਨ ਬਣੇ ਨੇ ਉਹਦੇ ਅਸਤੀਫੇ ਦੇ, ਉਹ ਸੀਗਾ ਵੀ ਜਿਹੜਾ ਕਰੋਨਾ ਦੇ ਵਿੱਚ ਜਿਹੜਾ ਹੈਗਾ ਜਦ ਲੋਕਾਂ ਤੇ ਇੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਸੀ, ਉਹਨਾਂ ਨੇ ਉਹ ਆਪਣੇ ਐਸ਼ ਕਰ ਰਹੇ ਸੀ, ਪਾਰਟੀਆਂ ਕਰ ਰਹੇ ਸੀ, ਤਾਂ ਉਹ ਜਿਹੜੀਆਂ ਉਹ ਤਸਵੀਰਾਂ ਜਾਂ ਜੋ ਜਿਹੜੇ ਵੀਡੀਓ ਵਾਇਰਲ ਹੋ ਗਏ, ਉਹ ਲੋਕਾਂ ਨੂੰ ਬੜਾ ਗੁੱਸਾ ਵੀ ਸਾਨੂੰ ਡੱਕਿਆ ਹੋਇਆ, ਸਾਡੇ ਤੇ ਇੰਨੀਆਂ ਪਾਬੰਦੀਆਂ ਤੇ ਆਪ ਐਸ਼ ਕਰ ਰਹੇ ਆ। ਦੂਸਰਾ ਫਿਰ ਇੱਕ ਇਹਨਾਂ ਦੇ ਮੰਤਰੀ ਮੰਡਲ 'ਚ ਕੋਈ ਸੀਗਾ ਤੇ ਉਹਨੇ ਜਾ ਕੇ ਕੋਈ ਕੁੜੀਆਂ ਨਾਲ ਛੇੜਖਾਨੀ ਕੀਤੀ, ਤਾਂ ਉਹਦਾ ਤੇ ਕੋਈ ਐਕਸ਼ਨ ਲੈਣ ਦੀ ਬਜਾਏ ਇਹਨਾਂ ਨੇ ਮਤਲਬ ਜਿਹੜਾ ਹੈਗਾ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਹੁਣ ਉਹ ਤਾਂ ਮਤਲਬ ਜਿੱਦਾਂ ਨਾ ਇੱਕ ਕਰੇਲਾ ਜਾਂ ਦੂਜਾ ਨਿੰਮ ਚੜੇ ਵਾਲੀ ਗੱਲ ਹੋ ਗਈ ਵੀ ਗੱਲ ਤਾਂ ਅਸਲ 'ਚ ਉਹ ਸੀਗੀ ਜਿਹੜੇ ਲੋਕ ਤਾਂ ਪਹਿਲਾਂ ਹੀ ਦੁਖੀ ਸੀ, ਆ ਦੂਜੀ ਘਟਨਾ ਨੇ ਹੋਰ ਵੀ ਉਹਨਾਂ ਨੂੰ ਦੁਖੀ ਕਰਤਾ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਰੂਸ ਯੂਕਰੇਨ ਨਾਲ ਕਿੱਦਾਂ ਜੁੜਦੀ ਹੈਗੀ ਯੁੱਧ ਨਾਲ, ਕਿ ਦੇਖੋ ਹੁਣ ਇਹ ਅੜਿਆ ਹੋਇਆ ਸੀਗਾ ਕਿ ਮੈਂ ਨਹੀਂ ਦਿੰਦਾ ਅਸਤੀਫਾ। ਅਖੀਰ ਬਹੁਤ ਲੋਕਾਂ ਨੇ ਇਹਦੇ ਤੇ ਦਬਾਅ ਪਾਇਆ, ਇਹਦੇ ਆਪਣੇ ਮੰਤਰੀ ਮੰਡਲ ਦੇ ਲੋਕਾਂ ਨੇ ਵੀ ਤੇਰੀ ਹੁਣ ਪਾਪੂਲੈਰਿਟੀ ਜਿਹੜੀ ਹੈਗੀ, ਤੇਰੀ ਹਰਮਨ ਪਿਆਰਤਾ ਜਿਹੜੀ ਆ ਉਹ ਬਹੁਤ ਘੱਟ ਗਈ ਲੋਕਾਂ 'ਚ, ਤੇ ਜੇ ਤੂੰ ਅਸਤੀਫਾ ਨਹੀਂ ਹੋਵੇਗਾ ਸਾਡੀ ਪਾਰਟੀ ਦਾ ਵੀ ਬੇੜਾ ਗਰਕ ਹੋ ਜਾਏਗਾ, ਸਾਨੂੰ ਲੋਕਾਂ ਨੇ ਵੋਟ ਨਹੀਂ ਪਾਣੀ, ਵੀ ਤੂੰ ਅਸਤੀਫਾ ਦੇ ਕਿਸੇ ਹੋਰ ਨੂੰ ਮੌਕਾ ਦੇ। ਬਹੁਤ ਜ਼ਿਆਦਾ ਲੋਕ ਉਹਦੇ ਆਪਣੇ ਪਾਰਟੀ ਦੇ ਜਿਹੜੇ ਔਰ ਮੰਤਰੀ ਮੰਡਲ ਦੇ ਜਿਹੜੇ ਮੈਂਬਰਾਂ ਨੇ ਵੀ ਉਹਦੇ ਬੋਝ ਦਬਾਅ ਪਾਇਆ ਅਸਤੀਫਾ ਦੇਣ ਵਾਸਤੇ। ਅਖੀਰ ਉਹਨੂੰ ਚੁੱਕਣਾ ਪਿਆ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਇੰਗਲੈਂਡ ਦੇ ਵਿੱਚ ਉਹਦੀ ਜਿਹੜੀ ਪਾਪੂਲੈਰਿਟੀ ਰੇਟਿੰਗ ਸੀਗੀ ਉਹ 24% ਤੇ ਆ ਗਈ ਸੀ। ਲੇਕਿਨ ਤੁਸੀਂ ਦੇਖੋ ਉਸੇ ਟਾਈਮ ਤੇ ਯੂਕਰੇਨ ਦੇ ਵਿੱਚ 90% ਤੋਂ ਜ਼ਿਆਦਾ ਯੂਕਰੇਨ ਵਾਲੇ ਜਿਹੜੇ ਲੋਕ ਉਹਨੂੰ ਪਸੰਦ ਕਰਦੇ, ਉਹਦੀ ਇੰਨਾ ਪਾਪੂਲਰ ਸੀ ਯੂਕਰੇਨ। ਕਿਉਂ? ਆਪਣੇ ਦੇਸ਼ 'ਚ ਤਾਂ ਮਤਲਬ ਇੰਨੇ ਘੱਟ ਲੋਕ, ਕਿਉਂਕਿ ਸਭ ਤੋਂ ਜ਼ਿਆਦਾ ਜੇ ਰੂਸ ਦੇ ਨਾਲ ਜਿਹੜਾ ਇਹ ਯੁੱਧ
ਦੇ ਵਿੱਚ ਜਿਹੜਾ ਮਤਲਬ ਸਖਤ ਲਾਈਨ ਅਪਣਾਉਣ ਦਾ ਜਿਹੜਾ ਪੈਰੋਕਾਰ ਸੀਗਾ ਇਹ ਬੋਰਿਸ ਜੌਨਸਨ ਸੀ। ਕਹਿੰਦੇ ਰੂਸ ਨੂੰ ਹਰ ਤਰ੍ਹਾਂ ਆਪਾਂ ਖਤਮ ਕਰਨਾ, तो लेकिन रूस तो नहीं खत्म होया, आप खत्म हो गया। मतलब गल ये हुई है क्योंकि जी रूस की जी लड़ाई है यूक्रेन, वो लड़ाई रूस तो यूक्रेन की लड़ाई सिर्फ रूस तो यूक्रेन की लड़ाई है ही नहीं। लड़ाई तो मतलब जी हैगी पश्चिमी जी सरमाएदारी की जी व्यवस्था है। हुण जो रूस तो चीन है वो इनू जो आप कह दिए कि मतलब एक ध्रुवी यूनीपोलर वर्ल्ड हैगा कि सिर्फ असल के जो राजे ने इस सिस्टम के वो पश्चिमी देश ही है। तो ये एक ध्रुवी कहने आप यूनीपोलर सत्ता का एको ही केंद्र है दुनिया से, पश्चिमी सरमाएदार देश। लेकिन हुण रूस ते चीन कहते हैं कि नहीं असीं ये नहीं होण देना, एक केंद्र नहीं हो सकता, संसार ते कई केंद्र होने चाहिए। ਉਹਨੂੰ ਕਹਿੰਦੇ मल्टीपोलर वर्ल्ड, बहुत ध्रुवी पंजाबी ਜਿਹੜੇ ਤੁਹਾਨੂੰ हैरानी होएगी कि ਇਹ ਜਿਹੜੀ अंग्रेजी ਦੇ ਵਿੱਚ मल्टीपोलर वर्ल्ड, पंजाबी ਦੇ ਵਿੱਚ बहुत ध्रुवी संसार, ਇਹ ਦੋਨੋਂ ਨੂੰ ਘੜਨ ਵਾਲਾ ਤੁਹਾਡੇ ਸਾਹਮਣੇ ਬੈਠਾ ਹੈਗਾ ਕਿ ਮੈਂ ਪਹਿਲੀ ਵਾਰੀ ਦੁਨੀਆ ਦੇ ਵਿੱਚ ਮਲਟੀਪੋਲਰ ਵਰਲਡ ਅੰਗਰੇਜ਼ੀ ਦੇ ਵਿੱਚ ਤੇ ਬਹੁਤ ध्रुवी संसार पंजाबी ਦੇ ਵਿੱਚ ਦੋਨੋਂ ਹੀ मैं ਜਿਹਨੂੰ अंग्रेजी 'ਚ ਕਹਿੰਦੇ ਕੋਇਨ ਕੀਤੀਆਂ ਟਰਮ, ਪੰਜਾਬੀ 'ਚ ਕਹਿੰਦੇ ਘੜੇ ਆ। ਔਰ ਅੱਜ ਤੁਸੀਂ ਦੇਖੋ ਵੀ ਸਾਰੀ ਦੁਨੀਆ ਦੇ ਵਿੱਚ ਇਹ ਪਪੂਲਰ एक्सेप्ट हो गया। और रूस तो कहते ही है वो से लड़ ही रहे हैं मल्टीपोलर वर्ल्ड वास्ते। लेकिन एक मेरे वर्गा छोटा जहा बंदा है तो पटियाले च बैठा है, इन्हें एक गल कहती तो वो सारी दुनिया ने जी क्यों स्वीकारी, क्योंकि मैं उस तो एक अगली गल कही जी हाले तक नहीं मतलब हाले लोगों को समझ आई। मैं कहा सी भी जी ये विचारधारा पर आधारित है एक संकल्प मल्टीपोलर वर्ल्ड का बहुत ध्रुवी, ये गुरु नानक की विचारधारा है। लेकिन गल ये हैगी कि जो पश्चिमी सरमाएदारी व्यवस्था हैगी है ये कुदरत विरोधी है, कुदरत नाल टक्कर लैण वाली व्यवस्था हैगी। साडे गुरु नानक की जी विचारधारा हैगी वो कुदरत पक्षी है। जिहड़ी चीज़ कुदरत पक्षी हुंदी है वो लोक पक्षी हुंदी है, जिहड़ी चीज़ कुदरत के विरोध जाती है वो लोगों के विरोध जाती है। तो गुरु नानक पातशाह जिहड़े ने वो मतलब बहुत ध्रुवी संसार का किस तरह सानू संकल्प दे रहे हैं। वो कहते हैं कि कुदरत बहुत रंगी है, डाइवर्सिटी जिन्होंने आप कहते हैं भिन्नता कहते हैं। तो गुरु नानक कहते हैं कि दो चीज़ां ने कुदरत के डाइवर्सिटी हैगी है, एक जी प्लूरलिज्म है जिन्होंने बहुलवाद है, भिन्न 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 जी बहुत रंगी दुनिया हैगी। हुण इस करके गुरु नानक का जो फलसफा है वो कुदरत के अनुकूल है। लेकिन जिहड़ा समस्या की है पश्चिमी सरमाएदार देशों की कि वो इस बहुरंगी भिन्नता वाली दुनिया नूं एक रंगी बनाना चाहते हैं, एक सारता लियाना चाहते, एक अपने वर्गा बनाना चाहते सब नूं, भी जो साडियां कदरां कीमतां उन्हां दा सभ्याचार है वो सारे संसार ते ठोसना चाहते। जिहड़ी गलती हुई है यूरोप दे विच कि दोनों जिहड़ियां वड्डियां जिहड़ियां उत्थों विचारधारावां निकलियां ने पिछले 2 सदियां दे, एक तो कैपिटलिज्म है जिहड़ा चलो कैपिटलिज्म 16वीं सदी च आया, लेकिन जिहड़ी उहदी स्थापना हुई है वो पिछलियां 2 सदियां च ही हुई है। हाले कि शुरुआत मार्क्स भी कहते कि 16वीं सदी कैपिटलिज्म शुरू हो गया। लेकिन एक बड़ी दिलचस्प गल ये हैगी कि गुरु नानक पातशाह ने भी अपना फलसफा जिहड़ा हैगा वो 16वीं सदी च दुनिया को दिता है भी 1469 च उन्हां दी जिहड़ी है इस धरती ते प्रकाश होया हैगा। लेकिन जो फलसफा आया जो वो 16वीं सदी 1500 के करीब जो उन्होंने जो दुनिया को अपना मतलब 52वें रूप च फलसफा दिता है तो जाहिर है कि 16वीं सदी हो चुकी सी। तो उधर मार्क्स कहता कि कैपिटलिज्म भी जो है वो 16वीं। तो मेरा ये मनना है कि जो कैपिटलिज्म है क्योंकि आप कहने हैं कि जोड़ा ये कुदरत विरोधी है तो यदा मतलब लोक विरोधी है, जो लोक विरोधी है जो फिर मनुख विरोधी है, मतलब जो मनुखहीनता का फलसफा है। गुरु नानक का फलसफा जो है वो लोक पक्षी है, कुदरत पक्षी है और मनुखवादी फलसफा है। तो मैं तो कहना हूँ कि जो कुदरत का एक बैलेंस होया, एक बने कैपिटलिज्म जो
ਜਿਹੜਾ ਮਨੁੱਖ ਤੋਂ ਮਨੁੱਖ ਹੀ ਉਹਦੀ ਮਨੁੱਖਤਾ ਖੋਣ ਵਾਲਾ ਹੈਗਾ ਸਿਸਟਮ, ਉਹ ਆ ਗਿਆ ਹੋਂਦ ਦੇ ਵਿੱਚ। ਉਸੇ ਵੇਲੇ ਕੁਦਰਤ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇੱਥੇ ਭੇਜਤਾ ਕਿ ਦੁਬਾਰਾ ਮਨੁੱਖਾਂ ਨੂੰ ਮਨੁੱਖ ਬਣਾਇਆ ਜਾਵੇ। ਜਿਹੜੀ ਇਹ ਖੋ ਰਹੇ ਨੇ, ਤਾਂ ਗੁਰੂ ਨਾਨਕ ਜਿਹੜੇ ਨੇ ਉਹਨਾਂ ਦਾ ਇਸ ਧਰਤੀ ਤੇ ਆਗਮਨ ਹੀ ਇਸ ਕਰਕੇ ਹੋਇਆ ਹੈ ਕਿ ਜਿਹੜਾ ਮਨੁੱਖਾਂ ਨੂੰ ਜਿਹੜਾ ਉਹਨਾਂ ਦਾ ਅਮਾਨਵੀਕਰਨ ਹੋ ਰਿਹਾ, ਉਹਨਾਂ ਤੋਂ ਮਨੁੱਖਤਾ ਖੋਈ ਜਾ ਰਹੀ ਹੈ, ਉਹ ਪੁਨਰ ਮਾਨਵੀਕਰਨ ਕਰ ਰਹੇ ਨੇ। ਉਹ ਮਤਲਬ ਮਨੁੱਖਾਂ ਨੂੰ ਦੁਬਾਰਾ ਮਨੁੱਖ ਬਣਾ ਰਹੇ ਨੇ, ਉਹਨਾਂ ਦੀ ਖੋਈ ਹੋਈ ਮਾਨਵਤਾ ਜਿਹੜੀ। ਤਾਂ ਇਹ ਕੁਦਰਤ ਦਾ ਇੱਕ ਸੰਤੁਲਨ ਹੁੰਦਾ ਹੈ ਹਮੇਸ਼ਾ। ਤਾਂ ਇਸ ਕਰਕੇ ਜਿਹੜਾ ਹੈਗਾ ਹੁਣ ਜਿਹੜਾ ਅੱਜ ਜਿਹੜਾ ਹੁਣ ਇਸੇ ਤਰ੍ਹਾਂ ਹੀ ਜਾਪਾਨ ਦਾ ਜਿਹੜਾ ਹੈਗਾ ਉਹ ਐਡਾ ਵੱਡੀ ਮਤਲਬ ਜਿਹੜੀ ਸ਼ਖਸੀਅਤ ਹੈ ਜਾਪਾਨ, ਉਹਦਾ ਮਾਰੇ ਜਾਣਾ। ਜਾਪਾਨ ਤਾਂ ਬਹੁਤ ਹੀ ਪੀਸਫੁਲ ਕੰਟਰੀ, ਦੁਨੀਆ 'ਚ ਸਭ ਤੋਂ ਜ਼ਿਆਦਾ ਸ਼ਾਂਤੀ ਕੋਈ ਹੈ ਹੀ ਨਹੀਂ ਉੱਥੇ ਵੀ ਕਿਸੇ ਨੂੰ। ਕੋਈ ਉੱਥੇ ਤਾਂ ਕੋਈ ਬੱਚਾ ਤੁਰਿਆ ਜਿਹਨੂੰ ਅਰਬਾਂ ਕਰੋੜਾਂ ਰੁਪਇਆ ਦੇ ਦਿਓ, ਜੇਬ 'ਚ ਪਾ ਦਿਓ, ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਤੂੰ ਖੋਲ ਲੈ। ਕੋਈ ਲੜਕੇ ਜਾ ਰਹੇ ਉਹਨੂੰ ਕੋਈ ਛੇੜ ਜਾਏ। ਬਹੁਤ ਹੀ ਅਨੁਸ਼ਾਸਿਤ ਜਿਹੜਾ ਹੈਗਾ ਔਰ ਬਹੁਤ ਸੇਫ ਕੰਟਰੀ ਹੈਗਾ। ਜਦੋਂ ਮੈਂ ਤੁਹਾਡੇ ਨਾਲ ਜ਼ਿਕਰ ਇੱਕ ਵਾਰੀ ਕੀਤਾ ਸੀ ਕਿ ਜਦੋਂ ਪਹਿਲੀ ਵਾਰੀ ਮੈਂ ਅਮਰੀਕਾ ਗਿਆ ਤੇ ਬੜੀ ਪਹਿਲਾ ਹੀ ਮਰੀਜ਼ ਜਿਹੜਾ ਮੈਂ ਦੇਖਿਆ ਉਹ ਬੜੀ ਪੜ੍ਹੀ ਲਿਖੀ ਬੜੀ ਸੁਲਝੀ ਹੋਈ ਔਰਤ ਸੀਗੀ। ਤਾਂ ਉਹਨੂੰ ਮੈਂ ਕਿਹਾ ਕਿ ਵੀ ਮੈਂ ਹੁਣੇ ਆਇਆ ਤੇ ਗੱਲ 1971 ਦੀ ਆ, ਤੇ ਮੈਂ ਕਿਹਾ ਵੀ ਤੁਸੀਂ ਮੇਰਾ ਪਹਿਲਾ ਮਰੀਜ਼ ਹੋ। ਤਾਂ ਉਹਨੇ ਮੈਨੂੰ ਅਮਰੀਕਾ ਬਾਰੇ ਜਿਹੜੀਆਂ ਗੱਲਾਂ ਦੱਸੀਆਂ ਬਹੁਤ, ਕਿਉਂਕਿ ਉਹ ਸੁਲਝੀ ਹੋ ਬਹੁਤ। ਉਹਨੇ ਮੈਨੂੰ ਇਹ ਕਿਹਾ ਵੀ ਦੇਖੋ ਇੱਥੇ ਤੁਸੀਂ ਆਪਣਾ ਬਚਾਅ ਕਰਨਾ ਹੈ। ਬੜੀ ਕਹਿੰਦੇ ਸਾਡੇ ਹਿੰਸਾ ਬਹੁਤ ਜ਼ਿਆਦਾ, ਵਾਇਲੈਂਟ ਸਾਡਾ ਕ੍ਰਾਈਮ ਬਹੁਤ ਜ਼ਿਆਦਾ ਇੰਡੀਆ। ਉਹਨੇ ਫਿਰ ਮੈਨੂੰ ਉਹਨੇ ਸਮਝਾਇਆ ਕਿ ਦੇਖੋ ਇੱਕ ਜੇ ਸਾਡੇ ਮਤਲਬ ਇੰਨਾ ਕੈਨੇਡਾ ਕਹਿੰਦੇ ਸਾਡੇ ਨਾਲ ਲੱਗਦਾ ਮੁਲਕ ਹੈ, ਕਹਿੰਦੇ ਵੀ 7 ਗੁਣਾ ਦਾ ਤਾਂ ਫਰਕ ਕੈਨੇਡਾ ਨਾਲ ਹੈ ਸਾਡੇ ਦੇ। ਜੇ ਉਹਨਾਂ ਦੇ ਮਤਲਬ ਇੱਕ ਸਾਡੇ 7 ਗੁਣਾ ਜ਼ਿਆਦਾ ਉਹਨਾਂ ਨਾਲੋਂ ਮਰਡਰ ਜਾਂ ਰੇਪ ਹੁੰਦਾ, ਕ੍ਰਾਈਮ ਜਿਹੜਾ ਹੁੰਦਾ ਜਾਂ ਵਾਇਲੈਂਟ ਕ੍ਰਾਈਮ ਹੈ। ਯੂਰਪ ਨਾਲੋਂ 70 ਗੁਣਾ ਦਾ ਫਰਕ ਹੈ। ਤੇ ਮਤਲਬ ਜੇ ਉੱਥੇ ਇੱਕ ਮਰਡਰ ਹੁੰਦਾ, ਅਮਰੀਕਾ 70 ਹੁੰਦੇ ਆ। ਤੇ ਜਾਪਾਨ ਨਾਲ ਤੁਸੀਂ ਦੇਖੋ 4000 ਗੁਣਾ ਦਾ ਫਰਕ। ਉਹ ਕਹਿੰਦੇ ਕਿ ਜੇ ਜਾਪਾਨ ਦੇ ਵਿੱਚ ਇੱਕ ਮਰਡਰ ਹੁੰਦਾ ਤੇ ਅਮਰੀਕਾ 4000 ਮਰਡਰ ਹੋ ਜਾਂਦੇ। 4000 ਬਿਲਕੁਲ। ਉਸ ਮੁਲਕ ਦੇ ਵਿੱਚ ਇੰਨਾ ਜਿਹੜਾ ਪੀਸਫੁਲ ਹੈ। ਮੈਂ ਆਪ ਬੜੇ ਵਾਰੀ ਜਾਪਾਨ ਗਿਆ, ਬੜੇ ਵਾਰੀ, ਔਰ ਹੈਰਾਨ ਹੋ ਜਾਂਦਾ ਬੰਦਾ ਕਿ ਤੁਸੀਂ ਹੈਰਾਨ ਹੋ ਗਏ ਵੀ ਇੰਨਾ ਅਨੁਸ਼ਾਸਨ। ਤੁਹਾਨੂੰ ਲੱਗਦਾ ਹੀ ਨਹੀਂ ਕਿ ਇਹ ਮਤਲਬ ਇੱਦਾਂ ਤੁਰੇ ਜਾਓ ਕਿਸ ਤਰ੍ਹਾਂ ਵੀ ਇਹ ਸੱਚੇ ਮੁੱਚੇ ਤੁਸੀਂ ਸਮਝ ਜਿੱਦਾਂ ਕੋਈ ਮਤਲਬ ਜਿੱਦਾਂ ਡਰਾਮੇ ਜਿੱਦਾਂ ਕਿਤੇ ਕੋਈ ਮੂਵੀ ਕੋਈ ਡਾਇਰੈਕਟਰ ਕਹਿ ਰਹੇ ਜੋ ਵੀ ਲੋਕ ਆਪ ਮੁਹਾਰੇ ਨਹੀਂ ਹੋ ਰਿਹਾ ਕੋਈ ਇਹਨਾਂ ਨੂੰ ਸਾਰਿਆਂ ਨੂੰ ਕਿ ਇੱਦਾਂ ਬੱਚੇ ਜਿਹੜੇ ਹੈਗੇ ਤੁਰੇ ਜਾ ਰਹੇ ਸਵੇਰੇ ਸਕੂਲਾਂ 'ਚ ਹਰ ਚੀਜ਼ ਉੱਥੇ ਇੱਦਾਂ ਹੋ ਰਹੀ ਹੈ ਜਾਪਾਨ ਦੇ ਵੀ ਜਿਸ ਤਰ੍ਹਾਂ ਪਰਫੈਕਟ ਜਿੱਦਾਂ ਕੋਰੀਓਗ੍ਰਾਫੀ ਕੀਤੀ ਹੋਵੇ। ਮਤਲਬ ਇੰਨੇ ਲੋਕ ਅਨੁਸ਼ਾਸਿਤ ਨੇ, ਉਹ ਲੋਕ ਇੰਨੇ ਸੱਭਿਅਕ ਨੇ ਕਿ ਮੈਂ ਤਾਂ ਕਹਿੰਦਾ ਕਿ ਸਾਰਿਆਂ ਤੋਂ ਜ਼ਿਆਦਾ ਜਿਹੜਾ ਹੈਗਾ ਦੁਨੀਆ ਦਾ ਸਭ ਤੋਂ ਪੂਰਬ ਦੇ ਵਿੱਚ ਜਿਹੜਾ ਦੇਸ਼ ਹੈ ਉਹ ਜਾਪਾਨ ਹੈ। ਉਹਨੂੰ ਕਹਿੰਦੇ ਲੈਂਡ ਆਫ ਦੀ ਰਾਈਜ਼ਿੰਗ ਸਨ, ਵੀ ਸੂਰਜ ਚੜ੍ਹਦਾ ਹੀ ਉੱਥੋਂ ਹੈ ਸਭ ਤੋਂ ਪਹਿਲਾਂ ਜਾਪਾਨ ਦਾ। ਤੇ ਮੇਰਾ ਇਹ ਥੀਸਿਸ ਸੀਗਾ ਵੀ ਜਿੱਥੇ ਪੂਰਬ ਦੇ ਵਿੱਚ ਸੱਭਿਆਚਾਰ ਔਰ ਸੱਭਿਅਤਾ ਜ਼ਿਆਦਾ ਵਿਕਾਸ ਹੋਇਆ ਔਰ ਉਹੋ ਜਿਹੇ ਦੇਸ਼ 'ਚ ਇੱਦਾਂ ਦੀ ਗੱਲ ਹੋ ਜਾਏ ਤਾਂ ਇਹ ਹੈ ਮਤਲਬ ਜਿਹੜਾ ਤਾਂ ਗੱਲ ਇਹੀ ਹੈ ਜਿਹੜੀ ਸਾਂਝੀ ਕੜੀ ਬਣਦੀ ਕਿ ਇਹ ਜਿਹੜੀ ਕਿਉਂਕਿ ਪੰਜਾਬੀਆਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਬਹੁਤ ਸਾਡੇ ਵੱਡੀ ਤਰਾਸਦੀ ਹੈ, ਬਹੁਤ ਵੱਡਾ ਦੁਖਾਂਤ ਹੈ ਕਿ ਦੋਨੋਂ ਤਰ੍ਹਾਂ ਦੇ ਜਿਹੜੇ ਸਾਡੇ ਵਿਦਵਾਨ ਨੇ, ਬੁੱਧਜੀਵੀ ਨੇ, ਚਾਹੇ ਆਪਣੇ ਆਪ ਨੂੰ ਮਾਰਕਸਵਾਦੀ ਕਹਾਉਂਦੇ ਨੇ ਚਾਹੇ ਸਿੱਖ ਵੇ, ਉਹ ਇਸ ਜਿਹੜਾ ਮੁੱਖ ਰੁਝਾਨ ਹੈ ਉਹਨੂੰ ਪਕੜ ਹੀ ਨਹੀਂ ਸਕੇ ਵੀ ਪੱਛਮ ਜਿਹੜਾ ਮਤਲਬ ਉਹ ਤਾਂ ਖਤਮ ਹੋ ਰਿਹਾ। ਪੱਛਮੀ ਜਿਹੜਾ ਵੈਸਟ ਆਪਾਂ ਆਪਣਾ ਫਿਊਚਰ ਹੀ ਉੱਥੇ ਦੇਖਦੇ। ਸਾਡੇ ਤਾਂ ਨੌਜਵਾਨ ਜਦੋਂ ਹਰ ਇੱਕ ਜਿਹੜਾ ਸਾਰਾ ਪੰਜਾਬ ਹੀ ਜੇ ਉਹਨੂੰ ਮੌਕਾ ਮਿਲੇ ਤਾਂ ਸਕਿੰਟ ਨਾਲ ਮਤਲਬ ਨਿਕਲ ਜਾਏ ਇੱਥੋਂ ਉਹਦਾ ਵੈਸੇ ਉਹ ਕਹਿੰਦੇ ਸਾਡਾ ਤਾਂ ਸੁਨਹਿਰੀ ਭਵਿੱਖ ਹੈ। ਇਹ ਸੁਨਹਿਰੀ ਭਵਿੱਖ ਹੈ ਨਾ ਬੋਰਿਸ ਜੌਨਸਨ ਦਾ ਸੁਨਹਿਰੀ ਭਵਿੱਖ ਨਾ। ਹੁਣ ਠੀਕ ਹੈ ਤੁਸੀਂ ਕਹੋਗੇ ਵੀ ਜਾਪਾਨ ਤਾਂ ਪੂਰਬ 'ਚ ਹੈ, ਪ੍ਰਧਾਨ ਮੰਤਰੀ ਭਾਵੇਂ ਸਾਬਕਾ ਜਾਪਾਨ ਭਾਵੇਂ ਪੂਰਬ 'ਚ ਹੈ ਲੇਕਿਨ ਇਹ ਐਡਮਾਇਰ ਜਿਹੜੇ ਵਿਵਸਥਾ ਜਿਹੜੀ ਅਪਣਾ ਲਈ ਪੱਛਮ ਦੀ ਹੈ ਜਿਹੜੀ ਹਾਲੇ ਕਿ ਢਾਂਚਾ ਜਿਹੜਾ ਉਹਨਾਂ ਦਾ ਸੱਭਿਆਚਾਰ ਉਹ ਪੂਰਬੀ ਹੈ ਲੇਕਿਨ ਉਹਨਾਂ ਨੇ ਜਿਹੜਾ ਸਿਸਟਮ ਅਪਣਾ ਲਿਆ ਹੈਗਾ ਉਹਦੇ ਵਿੱਚੋਂ ਇਹ ਚੀਜ਼ਾਂ ਉਪਜ ਰਹੀਆਂ। ਤੂੰ ਕਹਿਣ ਦਾ ਭਾਵ ਹੈ ਕਿ ਜਿਹੜੀ ਸਮੁੱਚੇ ਤੌਰ 'ਤੇ ਇਹ ਹੁਣ ਤੁਸੀਂ ਦੇਖ ਲੈਣ ਆਪਣੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਇਹ ਜਿਹੜਾ ਰੂਸ ਨੇ ਹੁਣ ਇਸ ਦਾ ਜਿਹੜਾ ਪੂਰੀ ਤਰ੍ਹਾਂ ਮਤਲਬ ਜਿਹੜਾ ਇਸ ਸਿਸਟਮ ਨੂੰ ਖਤਮ ਕਰਦਾ ਰੂਸ ਅਤੇ ਚੀਨ ਨੇ ਜਿਹੜਾ ਇਹ ਸਿਸਟਮ ਪੂਰੀ ਤਰ੍ਹਾਂ ਢਹਿ ਜਾਣਾ ਜਿਹੜਾ ਅਤੇ ਉਹਦੀ ਥਾਂ 'ਤੇ ਨਵਾਂ ਇੱਕ ਜਿਹੜਾ ਸਿਸਟਮ ਜਿਹੜਾ ਔਰ ਬਹੁਤ ਵੱਡੀ ਸੰਭਾਵਨਾ ਹੈਗੀ ਆ ਕਿ ਜਿਹੜਾ ਪੂਰਬ ਦਾ ਜਿਹੜਾ
ਜਿਹੜਾ ਵਿਸ਼ਾਲ ਜਿਹੜਾ ਗੱਠਜੋੜ ਬਣੇਗਾ। ਰੂਸ ਤੇ ਚੀਨ ਤਾਂ ਇਕੱਠੇ ਹੈਗੇ ਹੀ ਆ, ਪਰ ਇੱਕ ਬਹੁਤ ਵੱਡੀ ਸੰਭਾਵਨਾ ਇਹ ਵੀ ਹੈ ਭਾਰਤ, ਭਾਵੇਂ ਕਿ ਭਾਰਤ ਦੇ ਚੀਨ ਨਾਲ ਬੜੇ ਮਤਭੇਦ ਨੇ ਹਾਂਜੀ, ਲੇਕਿਨ ਭਾਰਤ ਦੇ ਵੀ ਜਿਹੜੇ ਨੇ ਬੁਨਿਆਦੀ ਲੋਕਾਂ ਦੇ ਹਿੱਤੋਂ ਪੂਰਬ ਚ ਹੋਣ ਕਰਕੇ ਇਹਨੂੰ ਵੀ ਉਧਰ ਪਾਸੇ ਜਾਣਾ ਪੈ ਜਾਣਾ। ਭਾਰਤ ਵੀ ਮਤਲਬ ਰੂਸ ਤੇ ਚੀਨ ਮਿਲ ਕੇ ਜਿਹੜੀ ਮੌਜੂਦਾ ਜਿਹੜੀ ਵਿਸ਼ਵ ਵਿਵਸਥਾ ਹੈਗੀ ਹੈ, ਜਿਹੜੀ ਕਿ ਨਾ ਬਰਾਬਰੀ ਤੇ ਆਧਾਰਿਤ ਹੈ ਕਿ ਇੱਥੇ ਪੱਛਮੀ ਦੇਸ਼ ਜਿਹੜੇ ਉਹ ਤਾਂ ਹੈਗੇ ਨੇ ਜਿਹੜੇ ਰਾਜੇ ਨੇ, ਅਸੀਂ ਗੁਲਾਮ ਹਾਂ ਜਿਹੜੇ ਦੂਜੇ ਗੈਰ ਪੱਛਮੀ ਜਿਹੜੇ ਸਾਨੂੰ ਉਹ ਦਰਜਾ ਹਾਸਲ ਨਹੀਂ ਹੈ ਜੋ ਉਹਨਾਂ ਨੂੰ ਹੈ। ਤਾਂ ਅਸੀਂ ਕਹਿੰਦੇ ਕਿ ਹੁਣ ਸਵਾਲ ਹੈ ਵੀ ਸਿੱਖ ਜਿਹੜਾ ਸਾਡਾ ਫਲਸਫਾ ਕੀ ਕਹਿੰਦਾ, ਕਿਉਂਕਿ ਸਿੱਖ ਫਲਸਫਾ ਅਸਲ ਦੇ ਵਿੱਚ ਪੂਰਬੀ ਚਿੰਤਨ ਦੀ, ਪੂਰਬੀ ਰੂਹਾਨੀਅਤ ਦੀ ਸਿਖਰ ਹੈ। ਤਾਂ ਅਸੀਂ ਜਿਹੜਾ ਬਹੁਤ ਵੱਡੇ ਪੈਰੋਕਾਰ ਹੈ ਗੁਰੂ ਨਾਨਕ ਦਾ ਫਲਸਫਾ, ਕਹਿੰਦੇ ਵੀ ਸਾਰੇ ਅਸੀਂ ਕਹਿੰਦੇ ਕਿ ਮਨੁੱਖ ਬਰਾਬਰ ਹੈ, ਸਾਰੇ ਪਰਮਾਤਮਾ ਨੇ ਕੋਈ ਨਾ ਛੋਟੇ ਬਣਾਏ ਆ ਨਾ ਵੱਡੇ ਬਣਾਏ ਆ, ਨਾ ਚੰਗੇ ਬਣਾਏ ਨਾ ਮਾੜੇ ਬਣਾਏ। ਇਹ ਨਹੀਂ ਕੋਈ ਚੰਗੇ ਬਣਾਤੇ ਕੋਈ ਮਾੜੇ ਬਣਾਏ, ਇਹ ਨਹੀਂ ਕੋਈ। ਅਸੀਂ ਕਹਿੰਦੇ ਕਿ ਨਹੀਂ, ਜਦ ਇੱਕੋ ਮਤਲਬ ਜਿਹੜੇ ਸਰੋਤ ਤੋਂ ਮਨੁੱਖ ਪੈਦਾ ਹੋਏ ਆ, ਤਾਂ ਜ਼ਾਹਰ ਹੈ ਕਿ ਉਹਨੇ ਸਾਰੇ ਮਨੁੱਖ ਤੋਂ ਇੱਕੋ ਜਿਹੇ ਬਣਾਏ ਆ, ਤਾਂ ਬਰਾਬਰ ਬਣਾਏ ਆ। ਤਾਂ ਸਾਡਾ ਜਿਹੜਾ ਸਿਧਾਂਤ ਹੈ ਗੁਰੂ ਨਾਨਕ ਦਾ ਜਿਹੜਾ, ਇਸ ਕਰਕੇ ਹੁਣ ਆਖਿਰ ਇਸੇ ਕਰਕੇ ਲੜ ਰਹੇ ਰਸ਼ੀਆ ਚਾਈਨਾ, ਕਹਿੰਦੇ ਵੀ ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲ ਉੱਪਰ ਸਮਝਦੇ ਹੋ, ਇਹ ਨਹੀਂ ਹੋ ਸਕਦਾ, ਸਾਰੇ ਬਰਾਬਰ ਹੋਣ। ਤਾਂ ਉਹ ਇਹ ਕਹਿਣ ਵਾਲਾ ਕੌਣ ਹੈ? ਇਹ ਗੁਰੂ ਨਾਨਕ ਦਾ ਸਿਧਾਂਤ, ਗੁਰੂ ਨਾਨਕ ਦਾ। ਚਾਹੇ ਇਹ ਲਾਗੂ ਮਤਲਬ ਕਰਨ 'ਚ ਲੜ ਰਹੇ ਨੇ ਰੂਸ ਤੇ ਚੀਨ, ਪਰ ਸਿਧਾਂਤ ਤਾਂ ਸਾਡਾ ਲਾਗੂ ਕਰ ਰਹੇ। ਹੁਣ ਮੈਂ ਇਹੀ ਖਾਸ ਕਰਕੇ ਸਿੱਖ ਚਿੰਤਕਾਂ ਨੂੰ ਮੈਂ ਕਿਹਾ ਜਿਹੜੀ ਸਾਡਾ ਦੁਖਾਂਤ ਇਹ ਹੋਣਾ ਹੈ ਕਿ ਸਾਡੇ ਜਿਹੜੇ ਗੁਰੂ ਨਾਨਕ ਦਾ ਫਲਸਫਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈਗਾ, ਗੁਰੂ ਨਾਨਕ ਦਾ ਫਲਸਫਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਇੱਕੋ ਹੀ ਚੀਜ਼ ਹੈਗੀ ਹੈ। ਗੁਰੂ ਨਾਨਕ ਨੇ ਜਿਹੜਾ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਆਧਾਰ ਤਾਂ ਗੁਰੂ ਨਾਨਕ ਦਾ ਹੀ ਹੈ। ਤਾਂ ਇੱਕੋ ਚੀਜ਼ ਮੇਰੇ ਹਿਸਾਬ ਨਾਲ ਇੱਕੋ ਚੀਜ਼ ਹੈ। ਤਾਂ ਅਸੀਂ ਚਾਹੇ ਗੁਰੂ ਨਾਨਕ ਦਾ ਫਲਸਫਾ ਕਹਿ ਦਈਏ ਚਾਹੇ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਕਹਿ ਦਈਏ, ਕੋਈ ਫਰਕ ਨਹੀਂ ਪੈਂਦਾ। ਤਾਂ ਕਹਿਣ ਦਾ ਭਾਵ ਹੈ ਕਿ ਵੀ ਮੈਨੂੰ ਜਿਹੜਾ ਡਰ ਇਹ ਹੈਗਾ ਕਿ ਦੁਨੀਆ ਨੇ ਅਪਣਾ ਲੈਣਾ, ਜਿਵੇਂ ਹੁਣ ਅਪਣਾ ਆ ਤੁਹਾਡੇ ਸਾਹਮਣੇ ਹੈ ਕਿ ਮਲਟੀਪੋਲਰ ਵਰਲਡ ਜਿਹੜਾ ਹੈਗਾ, ਇਹ ਨਾ ਤਾਂ ਰਸ਼ੀਆ ਨੇ ਕਿਤੇ ਨਾ ਚਾਈਨਾ ਨੇ, ਇਹ ਤਾਂ ਇੱਕ ਸਿੱਖ ਨੇ ਕਿਹਾ, ਮੈਂ ਕਿਹਾ ਕਿ ਮਲਟੀਪੋਲਰ ਵਰਲਡ ਜਿਹੜਾ ਹੈਗਾ ਸਾਡੇ ਗੁਰੂ ਸਾਹਿਬ ਦਾ ਸੰਕਲਪ ਹੈ। ਚਲੋ ਕਿਤੇ ਇਹ ਨਹੀਂ ਲਿਖਿਆ, ਨਾ ਰਸ਼ੀਆ ਨੇ ਮੈਨੂੰ ਕ੍ਰੈਡਿਟ ਦਿੱਤਾ ਨਾ ਚਾਈਨਾ ਨੇ ਦਿੱਤਾ, ਵੀ ਅਸੀਂ ਤਾਂ ਇਹਦੇ ਤੋਂ ਸੁਣਿਆ, ਪਰ ਚਲੋ ਮੈਨੂੰ ਕੋਈ ਕ੍ਰੈਡਿਟ ਦੇ, ਮੈਂ ਕਿਹੜਾ ਕੋਈ ਐਡਾ ਕੋਈ ਕ੍ਰੈਡਿਟ ਮਿਲੇ ਨਾ ਮਿਲੇ। ਸਵਾਲ ਤਾਂ ਵੀ ਜਿਹੜਾ ਸਹੀ ਗੱਲ ਹੋ ਜਾਏ, ਜੋ ਸਾਡੇ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ ਉਹ ਸਹੀ ਹੈ। ਇਸ ਕਰਕੇ ਗੁਰੂ ਨਾਨਕ ਦਾ ਜਿਹੜਾ ਉਹਨਾਂ ਨੂੰ ਮਤਲਬ ਸਾਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਗੁਰੂ ਨਾਨਕ ਦਾ ਫਲਸਫਾ ਗੁਰੂ ਗ੍ਰੰਥ ਸਾਹਿਬ। ਲੇਕਿਨ ਜੇ ਇੱਦਾਂ ਹੋਣ ਦੀਆਂ ਸੰਭਾਵਨਾ ਘੱਟ ਹੈ ਕਿ ਦੁੱਖ ਆਏ ਹੈ ਸਾਨੂੰ ਕਿ ਸਾਡਾ ਫਲਸਫਾ ਉਹਨਾਂ ਨੇ ਅਪਣਾ ਲੈਣਾ ਹੈ, ਸਿਸਟਮ ਹੀ ਸਾਰਾ ਦੁਨੀਆ ਦਾ ਸਾਡੇ ਫਲਸਫੇ 'ਤੇ ਬਣਨਾ ਹੈ। ਗੁਰੂ ਗ੍ਰੰਥ ਸਾਹਿਬ ਮਲਟੀਪੋਲਰ ਵਰਲਡ ਜਿਹੜਾ ਆਰਡਰ ਬਣਨਾ ਇਸ ਤੋਂ ਬਾਅਦ ਉਹ ਸਾਡਾ ਫਲਸਫਾ, ਲੇਕਿਨ ਉਹਦਾ ਕ੍ਰੈਡਿਟ ਸਾਨੂੰ ਨਹੀਂ ਮਿਲਣਾ। ਵੀ ਇਹ ਨਹੀਂ ਦੁਨੀਆ ਨੂੰ ਪਤਾ ਲੱਗਣਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਸੰਕਲਪ, ਇਹ ਤਾਂ ਗੁਰੂ ਨਾਨਕ ਦਾ ਸੰਕਲਪ ਹੈ। ਤਾਂ ਇਹ ਕਿੱਥੇ ਰਹਿ ਗਈ? ਇਹ ਜਿਹੜੀ ਕਮੀ ਕਿਉਂ ਰਹਿ ਗਈ? ਕਿਉਂ ਨਹੀਂ ਸਾਨੂੰ ਕ੍ਰੈਡਿਟ ਮਿਲ ਰਿਹਾ? ਜਦ ਅਸੀਂ ਕਿਹਾ, ਮੈਂ ਤਾਂ ਆਪਣੇ ਦੇਖੋ ਛੋਟਾ ਜਿਹਾ ਆਪਣਾ ਹਰ ਇੱਕ ਦਾ ਆਪਣਾ ਦਾਇਰਾ, ਜਿੰਨਾ ਕੁ ਮੇਰਾ ਦਾਇਰਾ ਮੈਂ ਤਾਂ ਲਿਖਿਆ ਕਿ ਮਤਲਬ ਜਿਹੜਾ ਵੀ ਇਹ ਗੁਰੂ ਨਾਨਕ ਦੀ ਵਿਚਾਰਧਾਰਾ ਹੈ, ਉਹਦੇ 'ਤੇ ਆਧਾਰਿਤ ਜਿਹੜੀ ਹੈ ਵਿਸ਼ਵ ਵਿਵਸਥਾ ਬਣ ਜਾ ਰਹੀ ਹੈ। ਚਲੋ ਮੈਨੂੰ 25 ਕੁ ਸਾਲ ਹੋ ਗਏ ਕਹਿੰਦੇ ਨੂੰ ਵੀ ਜਿਹੜਾ ਆਖਰ ਇਹ ਬਣਨਾ, ਲੇਕਿਨ ਉਹ ਕਿਉਂਕਿ ਮੇਰੀ ਹੁਣ ਸੀਮਿਤਤਾ ਹੀ ਹੈ ਕਿ ਮੇਰੀ ਇੰਨੀ ਤਾਂ ਦੁਨੀਆ 'ਚ ਪਛਾਣ ਨਹੀਂ ਕਿ ਲੋਕਾਂ ਤੱਕ ਇਹ ਗੱਲ ਪਹੁੰਚ ਸਕਦੀ ਸਾਰੇ ਦੁਨੀਆ ਤੱਕ। ਲੇਕਿਨ ਜੇ ਅਸੀਂ ਸਮੁੱਚੇ ਤੌਰ 'ਤੇ ਜੇ ਸਿੱਖ ਵਿਦਵਾਨ ਨੇ, ਸਾਡੇ ਕੋਲ ਜਿੰਨੇ ਰਿਸੋਰਸਿਸ ਹੈਗੇ ਨੇ, ਜੇ ਤਾਂ ਮੈਂ ਬਹੁਤ ਸਿੱਖਾਂ ਨੂੰ ਮਤਲਬ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਭਾਈ ਤੁਸੀਂ ਇਹ ਜਿਹੜੀਆਂ ਗੱਲਾਂ ਛੱਡ ਦਿਓ, ਕੋਈ ਜੇ ਸਾਡਾ ਕੋਈ ਬਣ ਗਿਆ ਹੈਗਾ, ਕੋਈ ਰੇਜ਼ਨ ਕਿੰਗ ਬਣ ਗਿਆ, ਕੋਈ ਬਦਾਮਾਂ ਦਾ ਬਾਦਸ਼ਾਹ ਬਣ ਗਿਆ, ਸੌਗੀ ਦਾ ਬਾਦਸ਼ਾਹ, ਫਲਾਣੇ ਨੇ ਇੰਨੇ ਹਜ਼ਾਰਾਂ ਜਿਹੜੇ ਗੈਸ ਜਾਂ ਪੈਟਰੋਲ ਪੰਪ ਬਣਾ ਲਏ, ਇਹ ਹੀ ਨਹੀਂ, ਦੁਨੀਆ ਨੇ ਤੁਹਾਨੂੰ ਇਹਦੇ ਨਾਲ ਕੁਝ ਨਹੀਂ ਦੇਣਾ। ਤੁਸੀਂ ਇਹ ਕਹੋ ਵੀ ਅਸੀਂ ਤਾਂ ਸਾਡੇ ਤਾਂ ਗੁਰੂ ਨੇ ਸਭ ਤੋਂ ਮਹਾਨ ਫਲਸਫਾ ਦਿੱਤਾ ਹੈ ਜਿਹਦੀ ਸਾਰੀ ਦੁਨੀਆ ਨੂੰ ਲੋੜ ਹੈ। ਤਾਂ ਅਸੀਂ ਅਗਰ ਇਹ ਕਹਾਂਗੇ ਵੀ ਸਾਡੇ ਕੋਲ ਜਿਹੜੀ ਸਭ ਤੋਂ ਕੀਮਤੀ ਚੀਜ਼ ਜਿਹੜਾ ਸੰਪਤੀ ਹੈ, ਜਿਹੜੀ ਸਭ ਤੋਂ ਵੈਲਿਊਏਬਲ ਐਸੈਟ ਹੈਗਾ, ਉਹ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ। ਤਾਂ ਜੇ ਸਿੱਖਾਂ ਨੂੰ ਕੋਈ ਰਿਸਪੈਕਟੇਬਲ ਸਟੇਟਸ ਮਿਲਣਾ ਹੈ ਤਾਂ ਅਖੀਰ 'ਚ ਉਹਦੇ ਨਾਲ ਆਪਣੇ ਆਪ ਨੂੰ ਜੋੜ ਕੇ ਹੋਣਾ ਵੀ ਅਸੀਂ ਉਹਦੇ ਵਾਰਿਸ ਹਾਂ ਇਸ ਫਲਸਫੇ ਦੇ। ਮੈਂ ਕਿਹਾ ਗੁਰੂਆਂ ਨੇ ਇਹ ਫਲਸਫਾ, ਇਹ ਖਜ਼ਾਨਾ ਹੈ, ਸਭ ਤੋਂ ਕੀਮਤੀ ਖਜ਼ਾਨਾ ਮਨੁੱਖਤਾ ਨੂੰ ਦਿੱਤਾ।
ਲੇਕਿਨ ਤੁਸੀਂ ਜਿਹੜਾ ਮੈਂ ਕਿਹਾ ਕੀ ਕੀਤਾ, ਸਿੱਖਾਂ ਨੇ ਕੀ ਕੀਤਾ ਵੀ ਅਸੀਂ ਤਾਂ ਉਹਨੂੰ ਜੱਫਾ ਹੀ ਮਾਰ ਕੇ ਬੈਠ ਗਏ। ਇਹ ਤੁਹਾਡੇ ਲਈ ਨਹੀਂ ਦਿੱਤਾ ਸੀਗਾ ਗੁਰੂ ਨੇ। ਇਹ ਜਿਹੜਾ ਖਜ਼ਾਨਾ ਹੈ ਸਾਰੀ ਗੁਰੂ ਸਾਹਿਬ ਨੇ ਸਪਸ਼ਟ ਕੀਤਾ, ਮੈਂ ਸਰਬੱਤ ਦੇ ਭਲੇ ਦੇ ਰਿਹਾ, ਸਾਰੇ ਬ੍ਰਹਿਮੰਡ ਦੀ ਜਿਹੜੀ ਹੈਗੀ ਸਿਰਫ ਮਨੁੱਖਾਂ ਦੇ ਨਹੀਂ, ਗੁਰੂ ਸਾਹਿਬ ਤਾਂ ਸਾਰੇ ਬ੍ਰਹਿਮੰਡ ਦਾ ਕਲਿਆਣ ਕਰ ਰਹੇ ਨੇ, ਸਮੁੱਚੀ ਮਾਨਵਤਾ ਦੇ ਵਿੱਚ ਆ ਜਾਂਦੀ ਹੈ। ਪਰ ਉਹ ਤਾਂ ਉਸ ਤੋਂ ਵੀ ਮਤਲਬ ਚਾਹੇ ਜਿਹੜੀ ਹੈ ਉਹਦੇ 'ਚ ਜੀਵ ਜੰਤੂ ਨੇ ਜਾਂ ਜਿਨ੍ਹਾਂ ਨੂੰ ਆਪਾਂ ਅਜੀਬ ਸਮਝਦਾ, ਨਦੀਆਂ ਪਹਾੜ, ਇਹ ਸਾਰੇ ਸਰਬੱਤ ਦਾ ਹਿੱਸਾ ਨੇ। ਤਾਂ ਗੁਰੂ ਨੇ ਜਿਹੜਾ ਫਲਸਫਾ ਦਿੱਤਾ ਹੈਗਾ ਉਹ ਸਰਬੱਤ ਦੇ ਭਲੇ ਲਈ ਦਿੱਤਾ ਹੈ। ਤਾਂ ਅਸੀਂ ਜਿਹੜਾ ਹੈਗਾ ਉਹ ਅਸੀਂ ਮਾਫ ਕਰਨਾ ਜਿਹੜਾ ਕੌੜਾ ਸ਼ਬਦ ਹੈ, ਅਸੀਂ ਜਿਹੜਾ ਨਾਕਾਬਲ ਵਾਰਿਸ ਸਾਬਤ ਹੋ ਰਹੇ ਹਾਂ ਕਿ ਅਸੀਂ ਮਤਲਬ ਜਿਹੜਾ ਕੰਮ ਸੀ ਸਭ ਤੋਂ ਜ਼ਰੂਰੀ ਕਿ ਗੁਰੂ ਸਾਹਿਬ ਨੇ ਸਾਡੀ ਇਹ ਜ਼ਿੰਮੇਵਾਰੀ ਲਈ ਵੀ ਜਿਹੜੇ ਸਿੱਖ ਸੀ ਇਹਨਾਂ ਦਾ ਕੰਮ ਸੀ ਕਿ ਗੁਰੂ ਦਾ ਫਲਸਫਾ ਫੈਲਾਉਂਦੇ, ਲੋਕਾਂ ਨੂੰ ਦੱਸਦੇ ਉਹਦੇ ਬਾਰੇ। ਅਸੀਂ ਇਹ ਸਾਡੀ ਪਹਿਲ ਹੀ ਨਹੀਂ ਰਹੀ। ਅਸੀਂ ਤਾਂ ਹੋਰ ਅਸੀਂ ਤਾਂ ਉਹਨੂੰ ਆ ਕਹਿੰਦੇ ਹੀਰੋ ਮੰਨਦੇ ਜਿਹਨੇ ਇੰਨਾ ਮਤਲਬ ਇੰਨੇ ਉੱਥੇ ਜਾ ਜੀ 5000 ਏਕੜ ਖਰੀਦ ਗਿਆ ਜੀ, ਉਹ ਇੰਨੇ 5000 ਗੈਸ ਸਟੇਸ਼ਨ ਬਣਾ, ਉੱਥੇ ਆਪਾਂ ਪੈਟਰੋਲ ਪੰਪ ਕਹਿੰਦੇ ਉਹਦੇ ਗੈਸ ਸਟੇਸ਼ਨ ਕਹਿੰਦੇ, ਫਲਾਣੇ ਨੇ ਇੰਨੇ ਜੋ ਉੱਥੇ ਇੰਨਾ ਹਜ਼ਾਰਾਂ ਏਕੜਾਂ ਦੇ ਬਦਾਮਾਂ ਦੇ ਬਾਗ ਲਵਾਤੇ, ਫਲਾਣੇ ਨੇ ਇੰਨੇ ਹੱਦ ਹੋ ਗਈ ਯਾਰ। ਜਿਹੜਾ ਵੀ ਇਹਨਾਂ ਚੀਜ਼ਾਂ ਨਾਲ ਤਾਂ ਦੁਨੀਆ ਨੇ ਕਿਸੇ ਨੇ ਨਹੀਂ ਤੁਹਾਨੂੰ ਮਾਨਤਾ ਦੇਣੀ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਮੈਂ ਕਿਹਾ ਸਿੱਖਾਂ ਮਤਲਬ ਕਈ ਸਿੱਖਾਂ ਨੂੰ ਆਪਾਂ ਸਮਝਾਇਆ ਉੱਥੇ, ਮੈਂ ਕਿਹਾ ਦੇਖੋ ਅਮਰੀਕਾ 'ਚ, ਮੈਂ ਕਿਹਾ ਵੀ ਆਪਣੇ ਤੁਸੀਂ ਸਟੱਡੀ ਕਰਕੇ ਦੇਖ ਲਓ, ਮੈਂ ਕਿਹਾ ਜਿਨ੍ਹਾਂ ਨੂੰ ਤੁਸੀਂ ਨਾਇਕ ਮੰਨਦੇ ਹੋ ਸਾਰੇ ਤੁਸੀਂ ਉਹਨਾਂ ਨੂੰ ਨਾਇਕ ਮੰਨਦੇ ਹੋ ਜਿਨ੍ਹਾਂ ਨੇ ਪੈਸਾ ਬਹੁਤ ਕਮਾਇਆ, ਕਿਨੇ ਟਰੱਕ ਇੰਨੇ ਟਰਾਲੇ ਪਾ ਲਏ, ਕਿਨੇ ਆਹ ਕਰ ਲਏ, ਕਿਨੇ ਗਏ ਪੈਟਰੋਲ ਪੰਪ, ਤੁਹਾਡੇ ਨਾਇਕ ਉਹ ਨੇ ਸਾਰੇ। ਤੇ ਮੈਂ ਕਿਹਾ ਜਿਹੜੇ ਹਿੰਦੂ ਭਾਈਚਾਰਾ ਉਹਨਾਂ ਦਾ ਨਾਇਕ ਹੈ ਦੀਪਕ ਉਹ ਜਿਹੜਾ ਚੋਪੜਾ, ਉਹ ਆਪਣਾ ਦੱਸ ਰਿਹਾ ਹਿੰਦੂ ਫਲਸਫਾ, ਵੇਦਾਂ ਦਾ ਫਲਸਫਾ ਦੱਸ ਰਿਹਾ ਸਾਰਾ। ਮੈਂ ਕਿਹਾ ਹੁਣ ਤੁਸੀਂ 10 ਅਮਰੀਕਨਾਂ ਨੂੰ ਪੁੱਛ ਲਓ ਜਿਨ੍ਹਾਂ ਨੂੰ ਤੁਸੀਂ ਸਿੱਖਾਂ ਦੇ ਨਾਇਕ ਸਮਝੋ, ਫਲਾਣਾ ਸਾਡਾ ਸੌਗੀ ਦਾ ਬਾਦਸ਼ਾਹ, ਬਦਾਮਾਂ ਦਾ ਬਾਦਸ਼ਾਹ, ਕਿਸੇ ਚੀਜ਼ ਦਾ ਬਾਦਸ਼ਾਹ, ਤੇ ਪੈਟਰੋਲ ਪੰਪਾਂ ਦਾ ਬਾਦਸ਼ਾਹ। ਮੈਂ ਕਿਹਾ ਤੁਸੀਂ 10 ਅਮਰੀਕਨਾਂ ਨੂੰ ਨਾਂ ਪੁੱਛ ਕੇ ਦੇਖੋ ਵੀ ਤੁਸੀਂ ਇਹ ਬੰਦੇ ਦਾ ਨਾਂ ਸੁਣਿਆ ਕਦੇ? ਜੇ ਮੈਂ ਕਿਹਾ ਇੱਕ ਵੀ ਬੰਦੇ ਨੇ ਕਦੇ ਸੁਣਿਆ ਅਮਰੀਕਨ, ਸਿੱਖਾਂ ਨੂੰ ਤਾਂ ਪਤਾ ਜੇ ਆਪਾਂ ਮਤਲਬ ਔਸਤ ਅਮਰੀਕਨ ਦੀ ਗੱਲ ਕਰਦੇ, ਮੈਂ ਕਿਹਾ ਉਹਨਾਂ ਨੂੰ ਉਸੇ ਬੰਦਿਆਂ ਨੂੰ ਤੁਸੀਂ ਇਹ ਪੁੱਛੋ ਕਿ ਦੀਪਕ ਚੋਪੜੇ ਦਾ ਨਾਂ ਸੁਣਿਆ, ਤਾਂ ਘੱਟੋ ਘੱਟ 6 ਜਾਂ 7 ਅਮਰੀਕਨ ਕਹਿੰਦੇ ਹਾਂ ਸਰ ਬੜੀ ਚੰਗੀ ਤਰ੍ਹਾਂ ਜਾਣ ਉਹਦਾ ਸੀ ਉਹਦੇ। ਫਿਰ ਮਤਲਬ ਸਾਬਤ ਕੀ ਹੁੰਦਾ ਹੈ ਵੀ ਕਿਸੇ ਵੀ ਭਾਈਚਾਰੇ ਨੂੰ ਜਿਹੜੀ ਮਾਨਤਾ ਮਿਲਦੀ ਹੈ, ਮਾਨ ਸਤਿਕਾਰ ਮਿਲਦਾ ਹੈ, ਉਹ ਪੈਸੇ ਨਾਲ ਨਹੀਂ ਮਿਲ ਰਿਹਾ, ਉਹ ਮਤਲਬ ਉਹਦੇ ਫਲਸਫੇ ਨਾਲ ਮਿਲਦਾ ਹੈ। ਤਾਂ ਮੈਂ ਕਿਹਾ ਦੀਪਕ ਚੋਪੜਾ ਚਲੋ ਠੀਕ ਹੈ, ਚਲੋ ਸਾਨੂੰ ਕੋਈ ਇਹਦੇ ਪਤਾ ਨਹੀਂ ਵੀ ਉਹਨੇ ਉਹ ਮਤਲਬ ਆਪਣਾ ਹਿੰਦੂ ਫਲਸਫਾ ਦੱਸ ਰਿਹਾ, ਤਾਂ ਕੋਈ ਮਾੜੀ ਗੱਲ ਨਹੀਂ, ਚੰਗਾ ਹੈ ਕਿਉਂਕਿ ਪੂਰਬ ਦਾ ਫਲਸਫਾ ਹੀ ਹੋਊਗੀ। ਲੇਕਿਨ ਦੁਖਾਂਤ ਇਹ ਨਹੀਂ, ਦੁਖਾਂਤ ਇਹ ਹੈ ਕਿ ਅਸੀਂ ਦੀਪਕ ਚੋਪੜਾ ਦਾ ਆਪਣਾ ਕੰਮ ਕਰ ਰਿਹਾ, ਲੇਕਿਨ ਅਸੀਂ ਇਹ ਨਹੀਂ ਦੱਸ ਸਕੇ ਵੀ ਜੋ ਦੀਪਕ ਚੋਪੜਾ ਕਹਿ ਰਿਹਾ ਹੈਗਾ ਪੂਰਬੀ ਚਿੰਤਨ ਹੈ, ਲੇਕਿਨ ਪੂਰਬੀ ਚਿੰਤਨ ਦੀ ਸਿਖਰ ਜਿਹੜੀ ਹੈ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਹੁਣ ਸਾਡੇ ਕੋਈ ਇੱਦਾਂ ਦਾ ਵਿਦਵਾਨ ਨਹੀਂ ਹੈ, ਅਸੀਂ ਇਹ ਪਹਿਲ ਹੀ ਨਹੀਂ ਸਮਝੀ ਕਿ ਅਸੀਂ ਇਹ ਮਤਲਬ ਦੱਸਦੇ ਵੀ ਭਾਈ ਤੁਸੀਂ ਇੰਨੇ ਪ੍ਰਭਾਵਿਤ ਹੋ ਰਹੇ ਹੋ ਪੂਰਬੀ ਚਿੰਤਨ ਤੋਂ, ਪੂਰਬੀ ਫਲਸਫੇ ਤੋਂ, ਲੇਕਿਨ ਸਾਡੇ ਕੋਲ ਹੈ ਉਹਦੀ ਸਿਖਰ ਜਿਹੜੀ ਹੈ ਸਾਡੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਸੁਣਾਉਂਦਾ ਕਿ ਕੀ ਫਰਕ ਪੈਂਦਾ ਹੈ। ਇੱਕ ਤਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਕਰ ਲਓ ਸਟੱਡੀ, ਆਪ ਜਾ ਕੇ ਪੁੱਛ ਲਓ ਅਮਰੀਕਨਾਂ ਤੋਂ ਤੇ ਕਿਹੜੀ ਚੀਜ਼ ਨੂੰ ਦੁਨੀਆ ਮੰਨਦੀ ਹੈ। ਦੂਜੀ ਚੀਜ਼, ਉੱਥੇ ਅਸੀਂ ਸਿਆਟਲ ਹੁੰਦੇ ਸੀ, ਉੱਥੇ ਯੂਨੀਵਰਸਿਟੀ ਹੈ, ਯੂਨੀਵਰਸਿਟੀ ਆਫ ਵਾਸ਼ਿੰਗਟਨ, ਜਿਹਦਾ ਆਪਣੇ ਪੰਜਾਬੀ ਯੂਨੀਵਰਸਿਟੀ ਨੇ ਜੀ, ਤਾਂ ਉਹਨਾਂ ਉੱਥੇ ਦੀ ਸਿਆਟਲ ਯੂਨੀਵਰਸਿਟੀ। ਹੁਣ ਉੱਥੋਂ ਮਤਲਬ 2 ਕਿਲੋਮੀਟਰ ਤੋਂ ਵੀ ਘੱਟ ਇੱਕ ਕਿਤਾਬਾਂ ਦੀ ਦੁਕਾਨ ਹੈ, ਉਹਦਾ ਨਾਂ ਈਸਟ ਬੁੱਕ ਸਟੋਰ। ਹੁਣ ਮੈਂ ਉੱਥੇ ਕਈ ਵਾਰੀ ਗਿਆ ਦੇਖਣ ਲਈ, ਤੁਸੀਂ ਹੈਰਾਨ ਹੋਵੋਗੇ, ਈਸਟ ਬੁੱਕ ਸਟੋਰ ਪੂਰਬੀ ਫਲਸਫੇ ਦੀਆਂ ਕਿਤਾਬਾਂ ਨੇ ਉਹਨਾਂ ਕੋਲ। ਉੱਥੇ ਤੁਹਾਨੂੰ ਵੇਦਾਂ ਦੀ, ਗੀਤਾ ਦੀ, ਹਿੰਦੂ ਫਲਸਫੇ, ਬੁੱਧ ਧਰਮ ਨਾਲ, ਜੈਨ ਧਰਮ ਨਾਲ ਸਾਰੀਆਂ ਕਿਤਾਬਾਂ ਮਿਲਦੀਆਂ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਵੀ ਕਿਤਾਬ ਜਿਹੜੀ ਹੈ ਸਿੱਖ ਧਰਮ ਬਾਰੇ ਨਹੀਂ। ਮੈਂ ਕਿਹਾ ਹੱਦ ਹੋ ਗਈ ਯਾਰ, ਅਸੀਂ ਮਤਲਬ ਜਿਹੜੀ ਸਿਖਰ ਹੈ, ਮੈਂ ਤਾਂ ਕਹਿੰਦਾ ਕਿ ਸਿਖਰ ਹੈ ਸਿੱਖ ਫਲਸਫਾ ਪੂਰਬੀ ਚਿੰਤਨ ਦਾ, ਤਾਂ ਇਹ ਲੋਕਾਂ ਨੂੰ ਪਤਾ ਹੀ ਨਹੀਂ ਕਿ ਪੂਰਬੀ ਮਤਲਬ ਸਿੱਖਾਂ ਦਾ ਵੀ ਕੋਈ ਲੈਣਾ ਦੇਣਾ ਫਲਸਫੇ ਦੇ ਨਾਲ। ਅੱਛਾ ਮੈਂ ਫਿਰ ਹੋਰ ਕਿਹਾ, ਮੈਂ ਕਿਹਾ ਤੁਸੀਂ ਇੰਗਲੈਂਡ ਚਲੇ ਜਾਓ, ਯੂਰਪ ਦੇ ਕਿਸੇ ਦੇਸ਼ ਚਲੇ ਜਾਓ, ਮਤਲਬ ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਗੋਰੇ ਲੋਕ ਜਿਹੜੇ ਉੱਥੋਂ ਦੇ ਜਿਹੜੇ ਲੋਕ ਵਸਣ ਆ ਰਹੇ, ਉਹਨਾਂ ਨੂੰ ਪੁੱਛੋ ਵੀ ਸਿੱਖ ਕੌਣ ਹੁੰਦੇ ਆ ਜੀ, ਸਿੱਖਾਂ ਬਾਰੇ ਕੀ ਤੁਹਾਨੂੰ ਜਾਣਕਾਰੀ ਹੈ।
ਤੋ ਸਭ ਤੋਂ ਵੱਧ ਜਦੋਂ ਮੈਂ 40 ਸਾਲ ਰਿਹਾ ਜਿੱਥੇ ਮੈਂ ਸਟੱਡੀ ਕੀਤੀ ਲੋਕਾਂ ਨੂੰ ਵੀ ਤੁਹਾਨੂੰ ਸਿੱਖਾਂ ਬਾਰੇ ਕਿੱਦਾਂ ਪਤਾ ਲੱਗਾ ਕਿੱਦਾਂ ਉਹ ਕਹਿੰਦੇ ਹਾਂ ਕਹਿੰਦੇ ਉਹ ਬ੍ਰਿਟਿਸ਼ ਸੋਲਜਰ ਟਰਬਨ ਸਿੱਖਾਂ ਦੇ ਜਿਹੜੀ ਪਹਿਚਾਣ ਹੁਣ ਮੈਨੂੰ ਬੜਾ ਦੁੱਖ ਹੁੰਦਾ ਇਸ ਤੇ ਕਿ ਸਾਨੂੰ ਇਹ ਕਿਉਂ ਕਹਿੰਦੇ ਜੀ ਬ੍ਰਿਟਿਸ਼ ਸੋਲਜਰ ਹੈ ਕਿਸੇ ਦਾ ਕੋਈ ਸੋਲਜਰ ਹੁੰਦਾ ਹੈ ਤਾਂ ਉਹ ਪਹਾੜੇ ਦਾ ਸੋਲਜਰ ਹੈ ਮਰਸਨਰੀ ਜਿਹਨੂੰ ਅੰਗਰੇਜ਼ੀ ਕਹਿੰਦੇ ਅਸੀਂ ਬ੍ਰਿਟਿਸ਼ ਦੇ ਸੋਲਜਰ ਨਹੀਂ ਹੈ ਸਿੱਖ ਦਾ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਬਣਾਇਆ ਸਿਪਾਹੀ ਹੈ ਸੰਤ ਸਿਪਾਹੀ ਹੈ ਉਹ ਬ੍ਰਿਟਿਸ਼ ਸੋਲਜਰ ਸੰਤ ਸਿਪਾਹੀ ਹੈ ਔਰ ਜਿਹੜਾ ਖਾਲਸਾ ਹੈਗਾ ਉਹਦੇ ਦੋ ਪੱਖ ਹੈ ਇੱਕ ਤਾਂ ਖਾਲਸ ਜਿਹੜਾ ਸ਼ੁੱਧ ਪਿਓਰ ਦੂਜਾ ਖਾਲਸੇ ਦਾ ਮਤਲਬ ਹੈ ਸਿਰਮੌਰ ਕਿ ਜਿਹੜੀ ਖਾਲਸ ਜ਼ਮੀਨ ਉਹ ਹੁੰਦੀ ਹੈ ਪਰਸ਼ੀਅਨ ਦੇ ਵਿੱਚ ਜਿਹੜਾ ਜਿਹਦੇ ਤੇ ਕੋਈ ਜਿਹੜੀ ਰੈਵਨਿਊ ਰੈਕਰਡ 'ਚ ਨਹੀਂ ਆਉਂਦੀ ਜਮਾਬੰਦੀ 'ਚ ਨਹੀਂ ਆਉਂਦੀ ਜਿਹਦੀ ਫਰਦ ਨਹੀਂ ਕਢਾ ਸਕਦੇ ਉਹ ਸਿੱਧੀ ਜਿਹੜੀ ਇੱਕ ਜ਼ਮੀਨ ਖਾਲਸ ਦਾ ਮਤਲਬ ਜਿਹੜੀ ਸਿੱਧੀ ਰਾਜੇ ਦੀ ਮਲਕੀਅਤ ਹੈ ਉਹ ਇਹਨਾਂ ਚੀਜ਼ਾਂ ਤੋਂ ਬਾਹਰ ਹੈ ਜਿਹੜੀ ਰਿਕਾਰਡਾਂ ਤੋਂ ਕਹਿਣ ਦਾ ਮਤਲਬ ਸਿਰਮੌਰ ਤਾਂ ਖਾਲਸਾ ਸਿਰਮੌਰ ਹੈ ਔਰ ਖਾਲਸਾ ਪਿਓਰ ਹੈ ਦੋ ਪੱਖ ਤੇ ਅਸੀਂ ਸਾਡੀ ਗਲਤ ਪਹਿਚਾਣ ਹੈ ਕਿ ਬ੍ਰਿਟਿਸ਼ ਕਿਉਂ ਅਸੀਂ ਕਿਸੇ ਦੇ ਸੋਲਜਰ ਨਹੀਂ ਅਸੀਂ ਗੁਰੂ ਸਾਹਿਬ ਨੇ ਕਿਹਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਤੋ ਸਾਡੇ ਦਾ ਡਿਸਟੋਰਟਡ ਪ੍ਰੋਪੋਰਸ਼ਨ ਸਾਡਾ ਲੋਕਾਂ ਨੂੰ ਗਲਤ ਕਿਉਂ ਸਾਡਾ ਖਾਲਸਾ ਸੋਲਜਰ ਅਸੀਂ ਬ੍ਰਿਟਿਸ਼ ਸੋਲਜਰ ਨਹੀਂ ਹੈਗੇ ਤੋ ਇਸ ਕਰਕੇ ਸਾਡੇ ਜਿਹੜੀ ਹੈ ਜਿਹੜੀ ਨਵੀਂ ਅਵਸਥਾ ਬਣੇਗੀ ਤੋ ਉਮੀਦ ਹੈ ਕਿ ਜੇ ਅਸੀਂ ਕਮੀ ਪੂਰੀ ਕਰੀਏ ਲੋਕਾਂ ਨੂੰ ਆਪਣੀ ਸਹੀ ਜਾਣਕਾਰੀ ਦਈਏ ਆਪਣੇ ਫਲਸਫੇ ਬਾਰੇ ਤੋ ਆਪਣੇ ਇਤਿਹਾਸ ਬਾਰੇ ਤੋ ਅਸੀਂ ਅੱਛੇ ਇਹ ਵਧੀਆ ਕੰਮ ਹੋਏਗਾ ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ ਧੰਨਵਾਦ ਜੀ ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ ਡਾਕਟਰ ਸਾਹਿਬ ਨੇ ਬਹੁਤ ਖੂਬਸੂਰਤੀ ਤੁਹਾਨੂੰ ਦੋ ਘਟਨਾਵਾਂ ਤੋਂ ਗੱਲ ਸ਼ੁਰੂ ਕਰਕੇ ਸਿੱਖ ਫਲਸਫੇ ਤੇ ਗੱਲ ਸਮਾਪਤ ਕੀਤੀ ਕਿ ਜੋ ਸਿਖਰ ਹੈ ਉਸ ਨੂੰ ਅਸੀਂ ਲੋਕਾਂ ਤੱਕ ਲੈ ਕੇ ਨਹੀਂ ਜਾ ਸਕੇ ਸੋ ਭਾਵੇਂ ਪ੍ਰਚਾਰਕ ਸਾਡੇ ਵੱਡੇ ਨੇ ਸਿੱਖ ਕੌਮ ਦੇ ਪਰ ਸਾਡੇ 'ਚ ਘਾਟਾਂ ਬਹੁਤ ਰਹੀਆਂ ਨੇ ਐਸੇ ਮਸਲੇ ਤੇ ਹੋਰ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰੰਗ ਚੈਨਲ ਪੰਜਾਬੀ ਦੇ ਧੰਨਵਾਦ